ਜੇ ਇਹ ਵਨ ਨੇਸ਼ਨ ਵਨ ਇਲੈਕਸ਼ਨ ਆ ਜਾਂਦਾ ਹੈ ਜੀ ਇਸ ਦਾ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰਨਾ ਚਾਹਾਂਗਾ ਮੈਂ, ਪੰਜਾਬ ਦੇ ਉੱਤੇ ਕੀ ਅਸਰ ਪਊ? ਕਿ ਪੰਜਾਬ ਨੂੰ ਜਿੱਦੇ ਮਰਜ਼ੀ ਰਾਸ਼ਟਰਪਤੀ ਰਾਜ ਲਾਈ ਰੱਖਣਗੇ, ਉਹ ਕਹਿਣਗੇ ਜੀ ਕੋਈ ਨਹੀਂ, ਹੁਣ ਸਾਡੇ ਕੋਲ ਰਾਸ਼ਟਰਪਤੀ ਰਾਜ ਲਾਇਆ ਹੋਇਆ, ਚੋਣਾਂ ਲੋਕ ਸਭਾ ਦੀਆਂ ਹੋਣੀਆਂ ਨੇ, ਉਦੋਂ ਤੱਕ ਰੱਖੀ ਰੱਖੋ, ਜਦ ਲੋਕ ਸਭਾ ਦੀ ਚੋਣ ਹੋ ਜੇ ਉਦੋਂ ਬਾਅਦ ਰਾਸ਼ਟਰਪਤੀ ਰਾਜ ਤਾਂ ਨਹੀਂ ਚੁੱਕਣਾ ਕਿ ਹੁਣ ਚੋਣ ਨਹੀਂ ਹੋਣੀ। ਪਰ ਨਹੀਂ, ਜੇ ਕਹਿਣਗੇ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੈ, ਫਿਰ ਤਾਂ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਾਉਣੀਆਂ ਪੈਣਗੀਆਂ। ਨਹੀਂ, ਉਹ ਰਾਸ਼ਟਰਪਤੀ ਰਾਜ ਰੱਖੇਗਾ ਉਹ ਤਾਂ। ਜੇ ਰਾਸ਼ਟਰਪਤੀ ਰਾਜ ਲਾਇਆ ਹੋਇਆ ਹੈ, ਬਹਾਨਾ ਲਾ ਕੇ ਇੱਥੇ ਠੂਠਾ ਹੀ ਕਰਾਉਣੀ ਹੈ ਕਿ ਨਹੀਂ ਜੀ ਅਜੇ ਤਾਂ ਇੱਥੇ ਚੋਣ ਨਹੀਂ ਹੋ ਸਕਦੀ। ਤਾਂ ਕੀ ਪੰਜਾਬ 'ਚ ਵੀ ਸਰਕਾਰ ਡਿੱਗ ਜੂਗੀ ਫਿਰ? ਸਾਰੀਆਂ ਸਰਕਾਰਾਂ ਤੋੜਨੀਆਂ ਪੈਣਗੀਆਂ ਇਕੱਲੇ ਪੰਜਾਬ ਨੂੰ। ਇਹ ਤਾਂ ਪੰਜਾਬ ਦੀਆਂ ਜੜ੍ਹਾਂ ਤੇਲ ਦੇਣ ਦਾ ਇੱਕ ਤਰੀਕਾ ਹੈ। ਪੰਜਾਬ ਨੇ ਅੱਖ ਚੱਕ ਪਾ ਕੇ ਗੱਲ ਕਰੀ ਹੈ, ਚਾਹੇ ਕਿਸਾਨ ਅੰਦੋਲਨ ਹੋਇਆ, ਚਾਹੇ ਐਮਰਜੈਂਸੀ ਹੋਈ, ਚਾਹੇ ਪਹਿਲਾਂ ਭਾਸ਼ਾ ਦੇ ਆਧਾਰ 'ਤੇ ਸੂਬਾ ਲੈਣ ਦੀ ਗੱਲ ਹੋਈ, ਚਾਹੇ ਗ੍ਰੀਨ ਰੈਵੋਲੂਸ਼ਨ ਕਰਕੇ ਮੁਲਕ ਦਾ ਅੰਨ ਦਾ ਪੇਟ ਭਰਿਆ। ਅੱਜ ਪੂਰੇ ਮੁਲਕ ਦੇ ਵਿੱਚ ਇੱਕੋ ਹੀ ਮਿਨੋਰਟੀ ਸਟੇਟ ਰਹਿ ਗਈ ਹੈ, ਜਿਹੜੀ ਦੋ ਤਰ੍ਹਾਂ ਦੀ ਮਿਨੋਰਟੀ ਹੈ। ਅਸੀਂ ਲਿੰਗੁਇਸਟਿਕ ਮਿਨੋਰਟੀ ਦੀਆਂ, ਭਾਸ਼ਾਈ ਘੱਟ ਗਿਣਤੀ ਦੀਆਂ, ਧਰਮ ਘੱਟ ਗਿਣਤੀ ਦੀਆਂ। ਸੋ ਇਹਨੂੰ ਇਹ ਪੰਜਾਬ ਦੇ ਉੱਤੇ ਇਹਨਾਂ ਦੀ ਅੱਖ ਹੈ। ਅਸੀਂ ਚਾਹ ਬਥੇਰੇ ਇਹਨਾਂ ਦੇ ਸਾਰੇ ਤਰ੍ਹਾਂ ਦੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰਿਆਂ 'ਚ ਇਹਨਾਂ ਦੇ ਸਾਇਦ ਹੈਗੇ ਨੇ। ਉਹਨਾਂ ਨੇ ਅੱਗੇ ਤਾਂ ਆਪਦੀ ਸ਼ਕਲਾਂ ਬਣਾ ਕੇ ਜਾਂਦੇ ਸੀ ਇਹੋ ਜਿਹੀਆਂ ਜੀਆਂ, ਆ ਬੁਰਕਾ ਪਾਏ ਹੋਏ ਫੜੀ ਗਏ ਸੀ ਸ਼ਹੀਨ ਬਾਗ 'ਚ, ਹੁਣ ਤਾਂ ਇਹਨਾਂ ਕੋਲ ਉਹ ਬੰਦੇ ਵੀ ਅਵੇਲੇਬਲ ਨੇ। ਠੀਕ ਹੈ, ਉਹ ਕਰਾ ਕੇ ਫਿਰ ਕਹਿਣਗੇ ਜੀ ਅਜੇ ਤਾਂ ਮਾਹੌਲ ਸ਼ਾਂਤ ਨਹੀਂ ਹੈ, ਗਵਰਨਰ ਪ੍ਰੈਜ਼ੀਡੈਂਟ ਰੂਲ ਲੱਗਿਆ ਰਹੂਗਾ, ਜਨਵਰੀ ਆ ਜੂਗੀ, ਜਨਵਰੀ ਤੋਂ ਬਾਅਦ ਕਹਿਣਗੇ ਹੁਣ ਚੋਣ ਨਹੀਂ ਹੋ ਸਕਦੀ, ਇਸ ਕਰਕੇ ਪ੍ਰੈਜ਼ੀਡੈਂਟ ਰੂਲ 5 ਸਾਲ ਹੋ ਗਏ। ਪੰਜਾਬ ਨੇ ਕਿੰਨਾ ਸਫ਼ਰ ਕਰਿਆ, ਪਹਿਲਾਂ ਦਰਬਾਰਾ ਸਿੰਘ ਦੀ ਸਰਕਾਰ ਤੋੜੀ ਤਾਂ ਲੱਗਿਆ ਰਿਹਾ, ਫਿਰ ਬਰਨਾਲਾ ਸਾਹਿਬ ਦੀ ਤੋੜੀ ਤਾਂ ਲੱਗਿਆ ਰਿਹਾ। ਬਿਲਕੁਲ, ਉਦੋਂ ਪਹਿਲਾਂ ਵੀ ਲੱਗਿਆ ਰਿਹਾ ਸੀ, ਜਦ ਗੁਰਨਾਮ ਸਿੰਘ ਜੀ ਦੀ ਸਰਕਾਰ ਤੋੜੀ ਸੀ, ਕਦੀ ਜਦ ਪੰਜਾਬ ਬਣਿਆ ਵਿਚਾਰੀ ਨੇ ਧਮਕੀਆਂ ਤਾਂ ਰੋਜ਼ ਹੀ ਮਿਲਦੀਆਂ ਨੇ। ਸੋ ਜੇ ਤੁਸੀਂ ਇੱਕ ਸੂਬੇ 'ਚ ਇੱਕੋ ਵਾਰ ਸਾਰੀਆਂ ਸੂਬੇ ਦੀਆਂ ਚੋਣਾਂ ਨਹੀਂ ਕਰਾ ਸਕਦੇ, ਪੂਰੇ ਮੁਲਕ ਦੀਆਂ ਲੋਕ ਸਭਾ ਔਰ ਸਾਰੇ ਸੂਬਿਆਂ ਦੀਆਂ ਚੋਣਾਂ ਇੱਕੋ ਵਕਤ ਕਿਵੇਂ ਕਰਾ ਲਓਗੇ? ਹਾਲ ਹੀ 'ਚ ਮੌਨਸੂਨ ਸੈਸ਼ਨ ਖਤਮ ਹੋਇਆ ਹੈ ਔਰ ਕੱਲ ਖਬਰ ਆਉਂਦੀ ਹੈ ਕਿ 18 ਤੋਂ ਲੈ ਕੇ 22 ਸਤੰਬਰ ਤੱਕ ਨੂੰ ਇੱਕ ਵਿਸ਼ੇਸ਼ ਪਾਰਲੀਮੈਂਟ ਦਾ ਸੈਸ਼ਨ ਸੱਦ ਲਿੱਤਾ ਗਿਆ ਹੈ। ਤਾਂ ਕੱਲ ਇਸ ਕਾਲ ਤੋਂ ਬਾਅਦ ਹੀ ਵਿਰੋਧੀ ਧਿਰਾਂ ਦੇ ਵੱਲੋਂ ਵੱਖੋ-ਵੱਖ ਪ੍ਰਤੀਕਿਰਮ ਦੇਣੇ ਸ਼ੁਰੂ ਹੋ ਗਏ ਸੀ ਔਰ ਅੱਜ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਵਨ ਨੇਸ਼ਨ ਵਨ ਇਲੈਕਸ਼ਨ ਕਮੇਟੀ ਫਾਰਮ ਕਰ ਦਿੱਤੀ ਗਈ ਹੈ, ਜਿਸ ਦੀ ਚੇਅਰਮੈਨੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣੀ ਕਰਨਗੇ, ਤਾਂ ਉਸ ਤੋਂ ਬਾਅਦ ਹੁਣ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ। ਤਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੈ ਕੀ ਔਰ ਇਸ ਦਾ ਅਸਰ ਪੰਜਾਬ ਦੇ ਉੱਤੇ ਕੀ ਪਊਗਾ। ਜੇਕਰ ਇਹ ਬਿੱਲ ਇਸ ਵਾਰ ਸਦਨ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਤਾਂ ਇਸ ਦਾ ਕੀ ਨੁਕਸਾਨ ਹੋਊਗਾ ਜਾਂ ਕੀ ਫਾਇਦਾ ਹੋਊਗਾ। ਡਾਕਟਰ ਪਿਆਰੇ ਲਾਲ ਗਰਗ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਔਰ ਸਮਾਂ ਦੇਣ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਵਨ ਨੇਸ਼ਨ ਵਨ ਇਲੈਕਸ਼ਨ, ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਕਿ ਇਹ ਲੈ ਕੇ ਆਉਣ ਦਾ ਅਸਲ ਕਾਰਨ ਕੀ ਹੈ। ਸੈਸ਼ਨ ਦੀ ਕਾਲ ਕਰ ਦਿੱਤੀ ਗਈ ਹੈ, ਇਸ ਨੂੰ ਕੀ ਸਮਝਿਆ ਜਾਵੇ? ਦੇਖੋ, ਜਿਹੜੀ ਐਨਡੀਏ ਹੈ, ਮੇਨਲੀ ਤਾਂ ਬੀਜੇਪੀ ਹੋਈ ਹੈ, ਐਨਡੀਏ ਤਾਂ ਬਾਕੀ ਐਵੇਂ ਨਾਮ ਦਾ ਹੀ ਰਹਿ ਗਿਆ ਹੁਣ। ਤੇ ਬੀਜੇਪੀ ਆਰਐਸਐਸ ਦੀ ਇਹ ਸੋਚ ਹੈ ਕਿ ਜਿਹੜਾ ਦੇਸ਼ ਹੈ ਇਹ ਦੇਸ਼ ਕੇਵਲ ਹਿੰਦੂਆਂ ਦਾ, ਬ੍ਰਾਹਮਣਾਂ ਦੇ ਰਾਹੀਂ ਮਨੋ ਸਿਮਰਤੀ ਰਾਹੀਂ ਇੱਥੇ ਚੱਲਣਾ ਚਾਹੀਦਾ। ਉਹ ਸਾਹਮਣੇ ਮਨੋ ਸਿਮਰਤੀ ਪਈ ਹੈ ਤੇ ਉਹਦੇ ਵਾਸਤੇ ਇਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤਦੇ ਨੇ ਕਿ ਅਸੀਂ ਪਾਵਰ 'ਚ ਕਿਵੇਂ ਰਹਿਣਾ। ਹੁਣ ਜਿਹੜਾ ਇਹ ਕਹਿੰਦੇ ਵਨ ਨੇਸ਼ਨ ਵਨ ਇਲੈਕਸ਼ਨ, ਇਹ ਹਰੇਕ ਚੀਜ਼ ਨੂੰ ਇੱਕ ਕਰਨਾ ਚਾਹੁੰਦੇ ਨੇ। ਇਹ ਕਹਿੰਦੇ ਇੱਕ ਆਇਡੈਂਟੀਟੀ ਹੋਵੇ, ਇੱਕ ਵੋਟ ਹੋਵੇ, ਇੱਕ ਟੈਕਸ ਹੋਵੇ, ਇੱਕ ਬੋਲੀ ਹੋਵੇ, ਇੱਕ ਸੱਭਿਆਚਾਰ ਹੋਵੇ, ਇੱਕ ਧਰਮ ਹੋਵੇ, ਈਵਨ ਹੈ ਤੁਹਾਡੀ ਸੋਚ ਵੀ ਇੱਕ ਹੋਵੇ। ਉਹ ਕਹਿੰਦੇ ਨੇ ਇਹ ਜਿਹੜਾ ਹੈਗਾ ਇਹ ਕੁਦਰਤ ਦੇ ਵੀ ਉਲਟਾ ਹੈ। ਕੁਦਰਤ ਦਾ ਵੰਨ ਸਵੰਤ ਹੈ। ਜੰਗਲ ਦੇ ਵਿੱਚ ਹਾਥੀ ਵੀ ਰਹਿੰਦਾ, ਸ਼ੇਰ ਵੀ ਰਹਿੰਦਾ, ਸਾਹ ਵੀ ਰਹਿੰਦਾ, ਕੀੜੇ ਮਕੌੜੇ ਵੀ ਹੈਗੇ ਨੇ, ਤਰ੍ਹਾਂ ਤਰ੍ਹਾਂ ਦੇ ਵੱਡੇ ਵੱਡੇ ਦਰਖਤ ਵੀ ਹੈਗੇ ਨੇ, ਥੱਲੇ ਘਾਹ ਫੂਸ ਵੀ ਹੈਗਾ। ਬਿਲਕੁਲ। ਸੋ ਇਸ ਕਰਕੇ ਵੰਨ ਸਵੰਨਤਾ ਜਿਹੜੀ ਹੈ ਇਹ ਕੁਦਰਤੀ ਵਰਤਾਰਾ ਹੈ। ਕੁਦਰਤ ਦੇ ਉਲਟਾ ਜਿਹੜਾ ਇਹ ਕਹਿੰਦੇ ਅਸੀਂ ਇੱਕ ਕਰ ਦੇਣਾ ਜੀ। ਦੂਜਾ ਇਸੇ ਤਰ੍ਹਾਂ ਹੀ ਜੇ ਅਸੀਂ ਦੇਖੀਏ ਕੁਦਰਤ ਦੇ ਵਿੱਚ ਮਨੁੱਖ ਦਾ ਸਰੀਰ ਹੈ, ਇਹਦੇ ਅੰਗ ਵੀ ਵੱਖ ਵੱਖ ਨੇ। ਕੋਈ ਕਹਿ ਸਕਦਾ ਵੀ ਅੱਖਾਂ ਪੈਰਾਂ ਦਾ ਕੰਮ ਕਰਨਗੀਆਂ ਜਾਂ ਪੈਰ ਅੱਖਾਂ ਦਾ ਕੰਮ ਕਰਨਗੇ, ਜਾਂ ਪੈਰ ਕੋਈ ਘੱਟ ਇੰਪੋਰਟੈਂਟ ਨੇ, ਅੱਖਾਂ ਜ਼ਿਆਦਾ ਇੰਪੋਰਟੈਂਟ ਨੇ। ਹਾਲਾਂਕਿ ਅੱਖਾਂ ਨੂੰ ਪ੍ਰੋਟੈਕਸ਼ਨ ਮਿਲਦੀ ਹੈ ਕਿਉਂਕਿ ਉਹ ਤਾਂ ਮਾੜੀ ਜੀ ਸੁਰਮੇ ਦੀ ਸਿਲਾਈ ਵੀ ਨਹੀਂ ਚੱਲਦੀਆਂ, ਪੈਰ ਨੰਗੇ ਪੈਰੀ ਵੀ ਤੁਰ ਪੈਂਦੇ ਆ। ਮਤਲਬ ਲੋੜ ਅਨੁਸਾਰ ਹੈ ਹਰ ਇੱਕ ਦਾ। ਇਹ ਨਹੀਂ ਆ ਵੀ ਪੈਰਾਂ 'ਤੇ ਉਂਗਲ 'ਤੇ ਚੋਟ ਲੱਗੀ ਤੁਸੀਂ ਦਿਖਣਾ ਹੀ ਨਹੀਂ, ਫਿਰ ਸਾਰੇ ਦਿਮਾਗ ਨੂੰ ਵੀ ਖੂਨ ਬੁਖਾਰ ਚੜ੍ਹ ਜਾਂਦਾ। ਇੱਕ ਤਾਂ ਇਹ ਵਰਤਾਰਾ ਗਲਤ ਹੈ। ਦੂਜੇ ਪਾਸੇ ਸੰਵਿਧਾਨ ਦੇ ਅਨੁਸਾਰ ਵੀ ਇਹ ਗਲਤ ਹੈ। ਸੰਵਿਧਾਨ ਦੇ ਅਨੁਸਾਰ ਇਹ ਇਸ ਕਰਕੇ ਗਲਤ ਹੈ
ਕਿ ਸਾਡੇ ਸੰਵਿਧਾਨ ਦੇ ਵਿੱਚ ਜਿਹੜੀ ਹੈ ਦੇਸ਼ ਜਿਹੜਾ ਹੈ ਭਾਰਤ ਭਾਰਤ ਦੇ ਵਿੱਚ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ। ਇੱਥੇ ਚੁਣੀ ਹੋਈ ਸਰਕਾਰ ਇੱਕ ਸਕਿੰਟ ਵਾਸਤੇ ਵੀ ਨਹੀਂ ਹਟ ਸਕਦੀ। ਇੰਦਰਾ ਗਾਂਧੀ ਦੀ ਮੌਤ ਹੋਈ ਸੀ, ਜਿੰਨਾ ਚਿਰ ਉਹ ਰਾਜੀਵ ਗਾਂਧੀ ਨੂੰ ਸਹੁੰ ਨਹੀਂ ਚੁਕਾਈ ਉਹਨਾਂ ਚਿਰ ਡਿਕਲੇਅਰ ਨਹੀਂ ਕਰੀ ਮੌਤ। ਠੀਕ ਹੋ ਗਿਆ। ਦੂਜੀ ਗੱਲ, ਲੋਕ ਸਭਾ ਡਿਜ਼ੋਲਵ ਹੋ ਜਾਂਦੀ ਹੈ, ਰਾਸ਼ਟਰਪਤੀ ਕਹਿੰਦੇ ਹੁਣ ਇਹ ਬਣੇ ਰਹਿਣਗੇ। ਅੱਜ ਤੱਕ ਕਿਉਂਕਿ ਸਾਡੇ ਸੰਵਿਧਾਨ 'ਚ ਪ੍ਰੋਵੀਜ਼ਨ ਨਹੀਂ, ਪਰ ਸੂਬਿਆਂ ਦੇ ਵਿੱਚ ਰਾਸ਼ਟਰਪਤੀ ਰਾਜ ਲੱਗ ਸਕਦਾ। ਆ ਪੰਜਾਬ ਨੇ ਕਿੰਨਾ ਸਫ਼ਰ ਕਰਿਆ, ਪਹਿਲਾਂ ਦਰਬਾਰਾ ਸਿੰਘ ਦੀ ਸਰਕਾਰ ਤੋੜੀ ਤਾਂ ਲੱਗਿਆ ਰਿਹਾ, ਫਿਰ ਬਰਨਾਲਾ ਸਾਹਿਬ ਦੀ ਤੋੜੀ ਤਾਂ ਲੱਗਿਆ ਰਿਹਾ। ਬਿਲਕੁਲ ਉਦੋਂ ਪਹਿਲਾਂ ਵੀ ਲੱਗਿਆ ਰਿਹਾ ਸੀ, ਜਦ ਗੁਰਨਾਮ ਸਿੰਘ ਜੀ ਦੀ ਸਰਕਾਰ ਤੋੜੀ ਸੀ ਅਕਾਲੀ ਦੀ, ਜਦ ਪੰਜਾਬ ਬਣਿਆ ਨੇ ਧਮਕੀਆਂ ਤਾਂ ਰੋਜ਼ ਹੀ ਮਿਲਦੀਆਂ ਨੇ। ਸੋ ਇਸ ਕਰਕੇ ਇਹ ਜਿਹੜਾ ਹੈਗਾ ਸੰਵਿਧਾਨ ਤਾਂ ਹੁਣ ਇਹ ਕਹਿੰਦਾ ਹੈ ਵੀ ਉੱਥੇ ਲੱਗ ਨਹੀਂ ਸਕਦਾ, ਇੱਥੇ ਲੱਗਦਾ, ਤਾਂ ਇਕੱਠੀਆਂ ਤਾਂ ਚੋਣਾਂ ਹੋ ਨਹੀਂ ਸਕਦੀਆਂ। ਕਿਉਂਕਿ ਜੇ ਇਕੱਠੀਆਂ ਹੋਣਗੀਆਂ ਜਿੱਥੇ ਰਾਸ਼ਟਰਪਤੀ, ਇਹ ਵੀ ਸਾਨੂੰ ਪਤਾ ਹੈ ਵੀ ਕਈ ਕਾਰਨਾਂ ਕਰਕੇ ਵੀ ਰਾਸ਼ਟਰਪਤੀ ਰਾਜ ਲਾਉਣਾ ਪੈਂਦਾ, ਇੱਕ ਤਾਂ ਜਾਣ ਕੇ ਲਾਇਆ ਜਾਂਦਾ ਨਾ, ਇੱਕ ਕਈ ਹੋਰ ਕਾਰਨਾਂ ਕਰਕੇ ਵੀ ਲੱਗਦਾ। ਜੇ ਉਹ ਰਾਸ਼ਟਰਪਤੀ ਰਾਜ ਲੱਗ ਗਿਆ, ਉਦੋਂ ਬਾਅਦ ਜਿਹੜੀ ਚੋਣ ਹੋਣੀ ਆ 5 ਸਾਲ ਵਾਸਤੇ ਰਹਿਣੀ ਹੈ। ਇਹਦਾ ਮੈਂ ਉਹ ਵੀ ਅਮੈਂਡਮੈਂਟ ਕਰਨਗੇ ਵੀ ਨਹੀਂ ਜੀ ਜਦ ਮਰਜ਼ੀ ਆ ਚੋਣ ਤਾਂ ਉਹ ਕੋ ਟਰਮੀਨਸ ਹੀ ਹੋਊਗੀ ਉਹਨੇ। ਫਿਰ ਜੇ ਸਾਲ ਰਹਿੰਦਾ ਇਹ ਤਾਂ ਮੈਂ ਸਾਲ ਵਾਸਤੇ ਚੋਣ ਕਰਾਓਗੇ। ਜਿਹੜਾ ਕਹਿੰਦੇ ਅਸੀਂ ਪੈਸਾ ਬਚਾਵਾਂਗੇ, ਸਮਾਂ ਬਚਾਓ, ਤਾਂ ਜ਼ਿਆਦਾ ਲੱਗੂਗਾ ਸਮਾਂ, ਕਿਉਂਕਿ 1 ਸਾਲ ਕਿੱਥੇ 5 ਸਾਲ ਰਹਿ ਜਾਣੀ ਸੀ ਉਹ। ਇਸ ਤੋਂ ਅੱਗੇ ਇਹਨੂੰ ਵਿਹਾਰਕ ਤੌਰ 'ਤੇ ਵੀ ਇਹ ਗਲਤ ਹੈ। ਵਿਹਾਰਕ ਤੌਰ 'ਤੇ ਗਲਤ ਇਸ ਕਰਕੇ ਹੈ ਕਿ ਤੁਸੀਂ ਜਦ ਲੋਕ ਸਭਾ ਦੀਆਂ ਚੋਣਾਂ ਕਰਾਉਂਦੇ ਹੋ ਉਦੋਂ ਤੁਸੀਂ 3-4 ਮਹੀਨੇ ਉਹਨੂੰ ਖੰਡਾ ਕੇ ਕਰਾਉਂਦੇ ਹੋ। ਇੱਕ ਯੂਪੀ ਵਰਗੀ ਸਟੇਟ 'ਚ, ਬਿਹਾਰ ਵਰਗੀ ਸਟੇਟ ਜਦ ਚੋਣਾਂ ਕਰਾਉਣਾ, ਮੱਧ ਪ੍ਰਦੇਸ਼, ਉਦੋਂ ਅਸੈਂਬਲੀ ਦੀਆਂ ਚੋਣਾਂ ਵੀ ਤੁਸੀਂ 6-6 8-8 ਗੇੜਾਂ 'ਚ ਕਰਾਉਂਦੇ ਹੋ। ਤੁਹਾਡੇ ਕੋਲ ਇੱਕੋ ਵਾਰ 'ਚ ਚੋਣਾਂ ਕਰਾਉਣ ਦਾ ਤਾਂ ਸਮਰੱਥਾ ਹੈ ਨਹੀਂ। ਆਖਰ ਜੇ ਇੱਕੋ ਵਾਰ 'ਚ ਕਿਉਂ ਨਹੀਂ ਕਰਾਉਂਦੇ ਚੋਣਾਂ? ਇਹਦਾ ਮਤਲਬ ਤੁਹਾਡੇ ਕੋਲ ਪ੍ਰਬੰਧ ਨਹੀਂ ਹੈ। ਲੋਕ ਤਾਂ ਵੋਟ ਇੱਕੋ ਵਾਰ 'ਚ ਪਾ ਹੀ ਸਕਦੇ ਨੇ। ਸੋ ਜੇ ਤੁਸੀਂ ਇੱਕ ਸੂਬੇ 'ਚ ਇੱਕੋ ਵਾਰ ਸਾਰੀਆਂ ਸੂਬੇ ਦੀਆਂ ਚੋਣਾਂ ਨਹੀਂ ਕਰਾ ਸਕਦੇ, ਪੂਰੇ ਮੁਲਕ ਦੀਆਂ ਲੋਕ ਸਭਾ ਔਰ ਸਾਰੇ ਸੂਬਿਆਂ ਦੇ ਚੋਣਾਂ ਇੱਕੋ ਵਕਤ ਕਿਵੇਂ ਕਰਾ ਲਓਗੇ? ਦੂਜੀ ਗੱਲ, ਉਹਨੂੰ ਜ਼ਿਆਦਾ ਲੰਬਾ ਕਰੋਗੇ, ਫਿਰ ਤਾਂ 6-8 ਮਹੀਨੇ ਚੋਣਾਂ ਦਾ ਹੀ ਕੰਮ ਚੱਲੀ ਜਾਊਗਾ। ਉਹ 'ਚ ਹੇਰਾ ਫੇਰੀ, ਲੋਕਾਂ ਦਾ ਤੰਗ ਹੋਣਾ, ਹੋਰ ਉਹ ਜ਼ਿਆਦਾ ਤੰਗੀਆਂ ਵਧਣਗੀਆਂ, ਕਿਉਂਕਿ ਜਿੰਨਾ ਉਹਨਾਂ ਚਿਰ ਕੋਡ ਲੱਗਿਆ ਰਹਿਣਾ, ਜਿੰਨਾ ਚਿਰ ਚੋਣ ਪੂਰੀ ਨਹੀਂ ਹੁੰਦੀ। ਸੋ ਉਦੋਂ ਅੱਗੇ ਖਰਚਾ ਵੀ ਜਿੱਥੇ ਹੁਣ ਇੱਕ ਪੋਲਿੰਗ ਬੂਥ ਆ ਜਿਹੜਾ, ਉਹਦੇ 'ਚ 800 ਤੋਂ 1000 ਵੋਟ ਹੁੰਦੀ ਹੈ, ਤੇ ਫਿਰ ਉਹ ਇੱਕ ਵੋਟ ਪਾਉਣੀ ਹੈ ਜੀ, ਫਿਰ ਪਾਉਣੀਆਂ ਨੇ ਦੋ ਵਾਰੀ। ਇੱਕ ਆਹ ਮਸ਼ੀਨ ਆਨ ਕਰੀ, ਇਹ ਪਾਤੀ, ਉਦੋਂ ਬਾਅਦ ਦੂਜੀ ਆਨ ਹੋਣੀ ਹੈ, ਦੋਨੇ ਇਕੱਠੀਆਂ ਤਾਂ ਹੋਣੀਆਂ ਨਹੀਂ। ਬਿਲਕੁਲ ਠੀਕ ਹੋ ਗਿਆ। ਤੇ ਫਿਰ ਉਹਦਾ ਮਤਲਬ ਉੱਥੇ 500 ਵੱਧ ਤੋਂ ਵੱਧ ਹੋ ਸਕਦਾ, 500 ਤੋਂ ਵੱਧ ਇੱਕ ਬੂਥ ਤੇ ਨਹੀਂ ਹੋਏਗਾ। ਤੇ ਤਾਂ ਮੈਂ ਬੂਥ ਹੀ ਦੁੱਗਣੇ ਕਰਨੇ ਪੈਣਗੇ। ਦੁੱਗਣੇ ਬੂਥ ਕਰਨਾ ਮਤਲਬ ਦੁੱਗਣੇ ਅਮਲਾ ਫੈਲਾ ਲਾਉਣਾ ਪਊਗਾ, ਮਸ਼ੀਨਾਂ ਵੀ ਦੁੱਗਣੀਆਂ ਕਰਨੀਆਂ ਪੈਣਗੀਆਂ। ਸੋ ਫਿਰ ਤੁਸੀਂ ਉਹਦੇ ਚੋਂ ਖੱਟਿਆ ਕੀ ਹੈ? ਤੁਹਾਨੂੰ ਤਾਂ ਕੁਝ ਨਹੀਂ ਮਿਲਿਆ ਇਹਦੇ 'ਚ ਬਹੁਤਾ। ਸੋ ਇਸ ਕਰਕੇ ਇਹ ਸਾਰਾ ਜਿਹੜਾ ਹੈਗਾ ਇਹ ਇਹਦਾ ਨੈਗੇਟਿਵ ਵਰਤਾਰਾ ਕੋਈ ਸੋਚੋ, ਫਿਰ ਯਾਰ ਇਹ ਕਰ ਕਿਉਂ ਰਹੇ ਨੇ ਇਹ ਜਿਹੇ ਵਰਤਾਰੇ ਜੀ? ਜਦ ਆਪਾਂ ਕਹਿੰਦੇ ਹਾਂ ਇਹ ਕੁਦਰਤ ਦੇ ਵੀ ਉਲਟਾ, ਇਹ ਸੰਵਿਧਾਨਕ ਤਰੀਕੇ ਨਾਲ ਵੀ ਠੀਕ ਨਹੀਂ ਹੈ, ਇਹ ਵਿਹਾਰਕ ਤਰੀਕੇ ਨਾਲ ਵੀ ਠੀਕ ਨਹੀਂ ਹੈ, ਇਹ ਆਰਥਿਕ ਤੌਰ ਦੇ ਉੱਤੇ ਵੀ ਠੀਕ ਨਹੀਂ ਹੈ। ਜੇ 1967 ਦੀ ਗੱਲ ਕਰੀਏ ਉਧਰਲੇ ਪੁਰਾਣੇ ਟਾਈਮ ਦੀ, ਤਾਂ ਉਦੋਂ ਤਾਂ ਇਹ ਪ੍ਰੈਕਟਿਸ ਚੱਲ ਰਹੀ ਸੀ, ਫਿਰ ਬਾਅਦ ਦੇ ਵਿੱਚ ਇਸ ਨੂੰ ਬਦਲਿਆ ਗਿਆ। ਤਾਂ ਇਹ ਜਿਸ ਤਰੀਕੇ ਨਾਲ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇਹ ਕਹਿੰਦੇ ਕਿ ਇਸ ਨਾਲ ਇੱਕ ਤਾਂ ਪੈਸਾ ਬਚੂਗਾ। ਪਿਛਲੀ ਵਾਰ ਦੀਆਂ 2017 ਦੀਆਂ 19 ਦੀ ਗੱਲ ਕਰ ਲਈਏ ਆਪਾਂ, 19 ਦੀਆਂ ਚੋਣਾਂ ਦੇ ਵਿੱਚ 60,000 ਕਰੋੜ ਦਾ ਖਰਚਾ ਆਇਆ ਸੀ। ਤਾਂ ਕਹਿੰਦੇ ਜੇ ਇਕੱਠਾ ਹੋ ਜਾਊਗਾ ਸਾਰਾ ਤਾਂ ਖਰਚਾ ਵੀ ਬਚੂਗਾ ਔਰ ਇੱਕੋ ਟਾਈਮ ਦੇ ਉੱਤੇ ਇਹ ਚੋਣਾਂ ਵੀ ਹੋ ਜਾਣਗੀਆਂ। ਮੈਂ ਇਹੀ ਦੱਸਣ ਦੀ ਕੋਸ਼ਿਸ਼ ਕਰੀ ਹੈ, ਖਰਚਾ ਤਾਂ ਬਚਦਾ ਨਹੀਂ ਬਹੁਤਾ, ਖਰਚਾ ਤਾਂ ਬਲਕਿ ਜ਼ਿਆਦਾ ਹੋਊਗਾ, ਕਿਉਂਕਿ ਤੁਸੀਂ ਪ੍ਰੈਜ਼ੀਡੈਂਟ ਆ, ਕੀ ਤੁਸੀਂ ਪ੍ਰੈਜ਼ੀਡੈਂਟ ਰੂਲ ਲਾਉਣਾ ਖਤਮ ਕਰ ਦੋਗੇ? ਪ੍ਰੈਜ਼ੀਡੈਂਟ ਰੂਲ ਲੱਗ ਗਿਆ, ਲੋਕ ਸਭਾ ਦੀ ਚੋਣ ਸਾਲ ਬਾਅਦ ਹੈ, ਜਦ ਤੱਕ ਤੁਸੀਂ ਫਿਰ ਸਾਲ ਇੱਥੇ ਪ੍ਰੈਜ਼ੀਡੈਂਟ ਰੂਲ ਹੋਰ ਰੱਖੋਗੇ ਧੱਕੇ ਨਾਲ। ਫਿਰ ਜੇ ਤੁਸੀਂ ਖਰਚਾ ਬਚਾਉਂਦੇ ਡੈਮੋਕ੍ਰੇਸੀ ਤੋੜ ਦੇਣੀ ਹੈ, ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈ। ਫਿਰ 60,000 ਵੀ ਕਾਹਦਾ ਕਰੋੜ ਵੀ ਕਾਹਦਾ ਖਰਚ ਕਰਦੇ ਹੋ? ਸੋ ਇਸ ਕਰਕੇ ਇਹ ਸਾਰੀਆਂ ਬਹਾਨੇਬਾਜ਼ੀਆਂ ਨੇ। 67 ਤੋਂ ਪਹਿਲਾਂ ਦੀ ਜਿਹੜੀ ਗੱਲ ਕਰਦੇ ਨੇ ਉਹ ਵੀ ਗਲਤ ਹੈ। ਪੈਪਸੂ ਦੀ ਸਰਕਾਰ ਤੋੜੀ ਗਈ, ਪੰਜਾਬ ਪਹਿਲਾਂ ਇਕੱਠਾ ਨਹੀਂ ਸੀ, ਪੈਪਸੂ ਸੀਗਾ, ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ। ਗਿਆਨ ਸਿੰਘ ਰਾੜੇਵਾਲ ਦੀ ਸਰਕਾਰ ਤੋੜੀ ਸੀ ਇਹਨਾਂ ਨੇ, ਰਾਜ ਪ੍ਰਮੁੱਖ ਨੂੰ ਖਤਮ ਕਰਿਆ ਸੀ। ਉਦੋਂ ਕਿਹੜਾ ਲੋਕ ਸਭਾ ਦੇ ਨਾਲ ਚੋਣਾਂ ਹੋਈਆਂ ਸੀ? ਫਿਰ ਇੱਦਾਂ ਹੀ ਕੇਰਲਾ ਦੀ ਸਰਕਾਰ 57-59 'ਚ ਤੋੜੀ, ਉਦੋਂ ਕਿਹੜਾ ਲੋਕ ਸਭਾ ਦੇ ਨਾਲ ਚੋਣਾਂ ਹੋਈਆਂ ਸੀ? ਕਿਉਂਕਿ ਲੋਕ ਸਭਾ 'ਚ 51-56 'ਚ ਬਾਅਦ 'ਚ ਹੋਣੀਆਂ ਸੀ। ਕਿ ਮਨਸ਼ਾ ਸਰਕਾਰਾਂ ਤੋੜਨ ਦੀ ਇਹਦੇ ਪਿੱਛੇ? ਨਹੀਂ, ਮਨਸ਼ਾ ਇਹਦੇ ਪਿੱਛੇ ਸਰਕਾਰਾਂ ਤੋੜਨ ਦੀ ਉਨੀ ਨਹੀਂ ਹੈ। ਮਨਸ਼ਾ ਇਹਦੇ ਪਿੱਛੇ ਇੱਕ ਤਾਂ ਇਹ ਹੈ ਵੀ ਇੱਕ ਅਧਿਕਾਰ ਵੱਲ ਨੂੰ ਜਾਣਾ, ਵੱਧ ਤੋਂ ਵੱਧ ਪ੍ਰੈਜ਼ੀਡੈਂਟ ਰੂਲ ਲੱਗਿਆ ਰਹੇ, ਚੋਣਾਂ ਹੋਈਆਂ ਨਾ ਹੋਈਆਂ ਸੂਬੇ ਦੀਆਂ ਵੀ, ਹੁਣ ਤਾਂ ਜੀ ਉਹ ਲੋਕ ਸਭਾ ਨਾਲ ਹੋਣਗੀਆਂ, 5-5 ਸਾਲ ਇੱਦਾਂ ਹੀ ਲੰਘਾਈ ਜਾਓ, ਬਿਊਰੋਕ੍ਰੇਸੀ ਰਾਹੀਂ ਰਾਜ ਕਰਨਾ। ਇੱਕ ਤਾਂ ਇਹ ਮਨਸ਼ਾ ਹੈ, ਪਰ ਇਹ ਤੁਰੰਤ ਮਨਸ਼ਾ ਹੀ ਨਹੀਂ ਹੈ। ਤੁਰੰਤ ਮਨਸ਼ਾ ਇਹ ਹੈ ਕਿ ਜਿਹੜੇ 5 ਸੂਬਿਆਂ 'ਚ ਚੋਣ ਹੋ ਰਹੀ ਹੈ, ਪਹਿਲੀ ਗੱਲ BJP ਦੀ ਤੇ RSS ਦੀ ਹੁਣ ਗ੍ਰਾਫ ਥੱਲੇ ਗਿਆ ਹੋਇਆ, ਮੋਦੀ ਸਾਹਿਬ ਦਾ ਗ੍ਰਾਫ ਥੱਲੇ ਗਿਆ ਹੋਇਆ।
ਮਣੀਪੁਰ ਦੀਆਂ ਘਟਨਾਵਾਂ ਨੇ, ਇਹ ਨੂਹ ਵਾਲੀਆਂ ਘਟਨਾਵਾਂ ਨੇ, ਮੋਦੀ ਸਾਹਿਬ ਦੀ ਜਿਹੜੀ ਦੱਖਣੀ ਅਫਰੀਕਾ ਦੀ ਵਿਜ਼ਿਟ ਸੀ, ਉਸ ਵਿਜ਼ਿਟ ਦੇ ਵਿੱਚ ਜੋ ਕੁਝ ਹੋਇਆ ਉਸ ਨੇ, ਜਿੰਨਾ ਸਾਡੇ ਇੱਥੇ ਮਿਨੋਰਟੀਜ਼ ਤੇ ਮੋਹਨ ਭਗਤ ਜੀ ਦਾ ਬਿਆਨ ਜਿਹੜਾ ਆਇਆ, ਮਨੀ ਇਹਨਾਂ ਦਾ ਆਇਆ, ਉਹਦੇ ਕਰਕੇ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਇਹ ਹੋ ਗਿਆ ਵੀ ਇੱਥੇ ਹਿਊਮਨ ਰਾਈਟ ਬੜਾ ਖਤਮ ਹੋ ਰਹੇ ਨੇ, ਇੱਥੇ ਔਰਤਾਂ ਦੀ ਕੋਈ ਇੱਜ਼ਤ ਨਹੀਂ ਕਰੀ ਜਾ ਰਹੀ, ਕਹੀ ਜੋ ਮਰਜ਼ੀ ਦੇਵੀਆਂ ਕਹੀ ਜਾਣ, ਜੋ ਮਰਜ਼ੀ ਕਹੀ ਜਾਣ। ਇੱਥੇ ਜਿਹੜੀਆਂ ਮਿਨੋਰਟੀਜ਼ ਨੇ ਉਹਨਾਂ ਨੂੰ ਬੜਾ ਖਤਰਾ ਹੈ, ਇੱਥੋਂ ਦਾ ਫੈਡਰਲਿਜ਼ਮ ਟੁੱਟ ਰਿਹਾ ਹੈ। ਤਾਂ ਉਹਦੇ ਉੱਤੇ ਦੇਸ਼ ਦੀ ਫਿਰ ਬੇਰੁਜ਼ਗਾਰੀ ਹੋਰ ਸਮੱਸਿਆਵਾਂ ਤਾਂ ਹੈਗੀਆਂ ਨੇ, ਪਰ ਉਹਨਾਂ ਸਮੱਸਿਆਵਾਂ 'ਤੇ ਆਪਾਂ ਨਾ ਵੀ ਧਿਆਨ ਦਈਏ ਅਜੇ ਥੋੜ੍ਹੇ ਸਮੇਂ ਵਾਸਤੇ, ਪਰ ਇਹ ਮਨੁੱਖੀ ਅਧਿਕਾਰ ਸਿਵਲ ਰਾਈਟਸ ਤੇ ਜਿਹੜੇ ਅਸੀਂ ਕਹਿੰਦੇ ਆ ਵੂਮਨ ਰਾਈਟਸ, ਇਹਨਾਂ ਦੇ ਮਿਨੋਰਟੀ ਰਾਈਟਸ, ਰਿਲੀਜੀਅਸ ਰਾਈਟਸ, ਇਹਨਾਂ ਦੇ ਉੱਤੇ ਵੱਡਾ ਹਮਲਾ ਹੈ। ਔਰ ਇਹ ਪੂਰੇ ਮੁਲਕ ਕਹਿ ਚੁੱਕੇ, ਹੁਣ ਉਹ ਗ੍ਰਾਫ ਗਿਰਨ ਕਰਕੇ ਇਹ ਸੋਚਦੇ ਨੇ ਵੀ ਜੇ 5 ਸੂਬਿਆਂ 'ਚ ਅਸੀਂ ਹਾਰ ਗਏ, ਕਿਉਂਕਿ ਪਹਿਲਾਂ ਪਿਛਲੀ ਜਿਹੜੀ ਚੋਣ ਹੋਈ ਸੀ, ਵੱਡੇ ਜਿਹੜੇ 3 ਸੂਬੇ ਨੇ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ, ਤਿੰਨਾਂ 'ਚ ਹੀ ਹਾਰੇ ਸੀ। ਉਹ ਗੱਲ ਵੱਖਰੀ ਹੈ ਵੀ ਰਾਜਸਥਾਨ ਦੀ ਸਰਕਾਰ ਤੋੜ ਨਹੀਂ ਸਕੇ ਤੇ ਮੱਧ ਪ੍ਰਦੇਸ਼ ਦੀ ਤੋੜ ਲਈ ਉਸ ਨੂੰ ਬਣਾ ਕੇ ਸਿੰਧੀ ਨੂੰ ਨਾਲ, ਪਰ ਹਾਰੇ ਤਾਂ ਸੀਗੇ। ਸੋ ਇਸ ਕਰਕੇ ਇਹਨਾਂ ਨੂੰ ਇਹ ਡਰ ਹੈ ਵੀ ਜੇ ਅਸੀਂ ਜੇ 5 ਸੂਬਿਆਂ 'ਚੋਂ 3 'ਚ ਵੀ ਹਾਰ ਗਏ, ਫਿਰ ਲੋਕ ਸਭਾ ਪੱਕੀ ਹਾਰਾਂਗੇ। ਜੇ ਹੁਣ ਅਸੀਂ ਇਹ ਇਕੱਠੀਆਂ ਕਰਾਉਣੇ ਆ ਤੇ 5 ਦਾ ਲੋਕਾਂ ਨੂੰ ਪਤਾ ਹੀ ਨਹੀਂ ਕੀ ਹੋਣਾ, ਕਿਉਂਕਿ ਸਾਰੇ ਲੋਕਾਂ ਨੂੰ ਤਾਂ ਪਤਾ ਨਹੀਂ, ਹਿੰਦੂਤਵ ਦਾ ਅਸੀਂ ਇੱਕ ਛਿੱਟਾ ਜਿਹਾ ਦਿੱਤਾ ਹੋਇਆ, ਇਸ ਕਰਕੇ ਅਸੀਂ ਸ਼ਾਇਦ ਜਿੱਤ ਲਈਏ, ਜਿੱਤ ਕੇ ਅਸੀਂ ਫਿਰ ਪੂਰਾ ਭਗਵਾਨ ਕਰ ਦਈਏ। ਇਹਨਾਂ ਨੇ ਉਹ ਪਾਏ ਹੋਏ ਨੇ ਫਲੈਗ ਪੂਰਾ ਥੱਲੇ ਤੱਕ, ਵੀ ਉਹ ਵੀ ਕੱਲ੍ਹ ਨੂੰ ਕਹਿਣਗੇ ਬਰਮਾ ਵੀ ਸਾਡਾ ਹੈ, ਇਹ ਤਾਂ ਸਾਰਾ, ਇਹ ਤਾਂ ਕਹਿੰਦੇ ਮੱਕਾ ਵੀ ਸਾਡਾ, ਇਹ ਤਾਂ ਕਹਿੰਦੇ ਹਰਮੰਦਰ ਸਾਹਿਬ ਵੀ ਕਹਿੰਦੇ ਸਾਡਾ ਵਿਸ਼ਨੂੰ ਦਾ ਮੰਦਿਰ ਸੀ। ਸੋ ਇਹਨਾਂ ਦਾ ਮਿਨੋਰਟੀਜ਼ ਨੂੰ ਖਤਮ ਕਰਨਾ, ਵਿੱਚੋਂ ਇੱਕ ਉੱਠਿਆ ਸੀ ਉਹ ਕਹਿੰਦਾ ਚੰਨ ਵੀ ਕਹਿ ਦੋ ਹਿੰਦੂ ਰਾਸ਼ਟਰ, ਉੱਥੇ ਵੀ ਨਾਂ ਦੋ ਕਹਿੰਦਾ, ਉੱਥੇ ਵੀ ਉਹ ਇਹੀ ਕਹਿਣਗੇ। ਤੇ ਇਸ ਕਰਕੇ ਇਹਨਾਂ ਦਾ ਜਿਹੜਾ ਤੌਰ ਤਰੀਕਾ ਉਹ ਇਹ ਹੈ ਕਿ ਅਸੀਂ ਹਿੰਦੂ ਰਾਸ਼ਟਰ ਜਿਹੜਾ ਬਣਾਉਣਾ ਹੈ, ਹਿੰਦੂਤਵ ਆ, ਹਿੰਦੂ ਰਾਸ਼ਟਰ ਦਾ ਕੋਈ ਮਤਲਬ ਹੀ ਨਹੀਂ। ਆ ਜਿਹੜੀ INDIA ਬਣੀ ਹੈ, ਇਹਦੇ 'ਚ ਕਿੰਨੇ ਕੁ ਮੁਸਲਮਾਨ ਨੇ ਜਾਂ ਕਿੰਨੇ ਕੁ ਈਸਾਈ ਨੇ ਜਾਂ ਕਿੰਨੇ ਕੁ ਸਿੱਖ ਨੇ, ਬਤੌਰ ਸਿੱਖ ਕਿੰਨੇ ਨੇ? ਇਹ ਸਾਰੇ ਹਿੰਦੂ ਨੇ। ਜਿਹੜੇ ਵਿਰੋਧ ਕਰ ਰਹੇ ਨੇ, ਨਿਤਿਸ਼ ਕੁਮਾਰ ਕੀ ਹੈ? ਹਿੰਦੂ। ਮਮਤਾ ਬੈਨਰਜੀ ਕੌਣ ਹੈ? ਫਿਰ ਰਾਹੁਲ ਗਾਂਧੀ ਨੂੰ ਤਾਂ ਚਲੋ ਇਹ ਵਿੱਚ ਵਿਚਾਲਾ ਕਹਿਣਗੇ। ਫਿਰ ਜਿਹੜੇ ਸ਼ਰਦ ਪਵਾਰ ਕੌਣ ਹੈ? ਉਧਵ ਠਾਕਰੇ ਕੌਣ ਹੈ? ਕੇਜਰੀਵਾਲ ਕੌਣ ਹੈ? ਉਹ ਤਾਂ ਕਹਿੰਦਾ ਮੈਂ ਹਨੂੰਮਾਨ ਭਗਤ ਹਾਂ। ਸੋ ਇਸ ਕਰਕੇ ਇਹਨਾਂ ਦਾ ਇਹ ਤੌਰ ਤਰੀਕਾ ਕਹਿਣਾ ਕੀ ਘਬਰਾਈ ਸੀ ਬਾਕੀ ਲੀਡਰ ਕਿ ਇਹ ਇੰਡੀਆ ਜੋ ਇੱਕ ਗੱਠਜੋੜ ਇਕੱਠਾ ਹੋ ਰਿਹਾ ਹੈ, ਆਪੋਜੀਸ਼ਨ ਪਾਰਟੀ ਇਕੱਠੀਆਂ ਹੋ ਰਹੀਆਂ ਨੇ, ਕਿ ਇਹ ਇਸ ਦੀ ਵੀ ਬੁਖਲਾਹਟ ਹੈਗੀ ਹੈ? ਇਸੇ ਤੋਂ ਬੁਖਲਾਹਟ ਹੈ ਰਾਦਰ, ਇਸ ਦੀ ਵੀ ਨਹੀਂ ਹੈ। ਗ੍ਰਾਫ ਥੱਲੇ ਗਿਰਿਆ ਹੋਇਆ, ਜੇ ਗ੍ਰਾਫ ਥੱਲੇ ਗਿਰੇ ਹੋਏ ਤੇ INDIA ਨਾ ਬੰਦੀ ਤੇ ਜੇ ਇਹ ਬੇਭਰੋਸਗੀ ਦੇ ਮਤੇ ਵੇਲੇ ਟੁੱਟ ਜਾਂਦੇ ਆਪਸ ਵਿੱਚ, ਕਿਉਂਕਿ ਇਹ ਤਾਂ ਪਤਾ ਸੀ ਸਭ ਨੂੰ ਵੀ ਇਹ ਬੇਭਰੋਸਗੀ ਦਾ ਮਤਾ ਸਫਲ ਨਹੀਂ ਹੋਣਾ, ਕਿਉਂਕਿ ਤਾਂ ਗਿਣਤੀ ਦਾ ਸਵਾਲ ਹੈ, ਗਿਣਤੀ ਦਾ ਸਵਾਲ ਸਿੱਧਾ ਹੀ। ਤੇ ਫਿਰ ਵੀ ਉਹ ਇਕੱਠੇ ਰਹੇ, ਨਹੀਂ ਤਾਂ ਡਰ ਜਾਂਦੇ ਵੀ ਯਾਰ ਇੱਥੇ ਵੋਟ ਉਲਟ ਪਾਵਾਂਗੇ, ਕੱਲ੍ਹ ਨੂੰ ਸਾਡੀਆਂ ਸਰਕਾਰਾਂ ਤੇ ਪੰਗਾ ਪਾਉਣਗੇ। ਉਹ ਫਿਰ ਇਕੱਠੇ ਰਹੇ, ਉਹ ਤੋਂ ਇਹ ਡਰੇ ਹੋਏ ਨੇ। ਫਿਰ ਇਹਨਾਂ ਨੇ ਜ਼ੋਰ ਲਾ ਲਿਆ ਵੀ ਆਪਾਂ ਇਹਨੂੰ ਆਹ ਕਰੀਏ ਉਹ ਕਰੀਏ, ਬਦਨਾਮੀ ਕਰਕੇ ਜ਼ੋਰ ਲਾ ਲਿਆ। ਤੀਜੀ ਮੀਟਿੰਗ ਹੋਈ ਅੱਜ, ਕੱਲ੍ਹ ਸਾਰੇ ਬਿਆਨ ਜਿਹਨੇ ਵੀ ਦਿੱਤੇ ਨੇ, ਹਰੇਕ ਦਾ ਬਿਆਨ ਇੱਕੋ ਜਿਹਾ, ਸੇਮ ਲਾਈਨ ਦੇ ਉੱਤੇ, ਸ਼ਬਦ ਆਪਦੇ ਨੇ, ਸੇਮ ਲਾਈਨ ਤੇ ਬਿਆਨ। ਤੇ ਉਹਦੇ ਵਿੱਚ ਤੁਸੀਂ ਦੇਖਦੇ ਹੋ ਵੀ ਇਹ ਤਾਂ ਉਹ ਕਹਿੰਦੇ ਵੀ ਸਾਰੇ ਇਕੱਠੇ ਹੋਈ ਜਾਂਦੇ ਨੇ, ਇਹ ਤਾਂ ਸਾਡੀ ਹੋਰ, ਕਿਉਂਕਿ ਲੋਕਾਂ ਕੋਲੇ ਪਹਿਲਾਂ ਅਲਟਰਨੇਟਿਵ ਨਹੀਂ ਸੀ, ਵਿਕਲਪ ਨਹੀਂ ਸੀ। ਹੁਣ ਇੱਕ ਵਿਕਲਪ ਸਾਹਮਣੇ ਆ ਗਿਆ, ਔਰ ਵਿਕਲਪ ਹਰ ਸੂਬੇ 'ਚ ਹੈ। ਅਖਿਲੇਸ਼ ਯਾਦਵ ਉੱਥੇ ਖੜਾ ਹੈ, ਅਖਿਲੇਸ਼ ਯਾਦਵ ਕੀ ਹੈ? ਹਿੰਦੂ ਨਹੀਂ ਹੈ ਉਹ, ਠੀਕ ਹੈ। ਸੋ ਇਸ ਕਰਕੇ ਜਦ ਇਹ ਸਾਰੇ ਇਕੱਠੇ ਹੋ ਕੇ ਗੱਲ ਕਰਨ ਲੱਗ ਗਏ ਤਾਂ ਉਹ ਤੋਂ ਹੀ ਡਰੇ ਹੋਏ ਨੇ। ਸ਼ਾਖ ਇਹਨਾਂ ਦੀ ਗਿਰੀ ਹੋਈ ਹੈ। ਇਹ ਇੱਕ ਦਾ ਬਹਾਨਾ ਲਾ ਕੇ ਹੋ ਸਕਦਾ ਇਸ ਵਾਸਤੇ ਯੂਨੀਫਾਰਮ ਸਿਵਲ ਕੋਡ ਵੀ ਲੈ ਕੇ ਆਉਣਾ, ਕਿਉਂਕਿ ਉਹਦੇ 'ਚ ਆਲਰੇਡੀ ਪਹਿਲਾਂ ਚਰਚਾ ਕਰ ਚੁੱਕੇ ਨੇ, ਤੇ ਉਹਦੇ ਉੱਤੇ ਇਹ ਪਾਸ ਕਰ ਦੇਣ ਵੀ ਲੋਕ ਸਭਾ ਡਿਜ਼ੋਲਵ ਕਰੀ, ਚੋਣਾਂ ਹੀ ਹੁਣੀ ਕਰਾ ਦਿਓ 5 ਸੂਬਿਆਂ ਦੀਆਂ, ਕਿਉਂਕਿ ਇਹ ਏਮ ਇਹ ਨਹੀਂ ਹੈ ਇਕੱਲਾ ਵੀ ਇੱਕ ਕਰਨ ਦਾ। ਏਮ ਇਹਦੇ 'ਚੋਂ ਅਜੇ ਕਰਦੇ ਨੇ, ਨਹੀਂ ਕਰਦੇ ਸਮਾਂ ਦੱਸੇਗਾ। ਏਮ ਇੱਕ ਇਹ ਵੀ ਹੈ ਵੀ ਜੇ ਲੋੜ ਪਈ ਤਾਂ ਆਪਾਂ ਹੁਣੀ ਇਕੱਠੀਆਂ ਕਰ ਦਾਂਗੇ ਗੱਲ, ਵੀ ਲੋਕ ਸਭਾ ਡਿਜ਼ੋਲਵ ਕਰ ਦਿਓ ਜੀ, ਇਹ ਤਾਂ ਕੋਈ ਔਖਾ ਕੰਮ ਹੀ ਨਹੀਂ ਹੈ। ਪ੍ਰੈਜ਼ੀਡੈਂਟ ਇਹਨਾਂ ਦੇ ਨੇ ਰਿਕਮੈਂਡ ਹੀ ਕਰਨੀ ਹੈ ਪ੍ਰਾਈਮ ਮਿਨਿਸਟਰ ਨੇ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਸਭ ਕੁਝ ਇਹਨਾਂ ਦੇ ਕੰਟਰੋਲ ਦੇ ਵਿੱਚ ਹੈ, ਕਿਉਂਕਿ ਮੈਜੋਰਟੀ ਇਹਨਾਂ ਕੋਲ ਹੈ, ਕੁਝ ਵੀ ਲੈ ਕੇ ਆ ਸਕਦੇ, ਕੁਝ ਵੀ ਕਰ ਸਕਦੇ ਨੇ। ਜੇ ਇਹ ਵਨ ਨੇਸ਼ਨ ਵਨ ਇਲੈਕਸ਼ਨ ਆ ਜਾਂਦਾ ਹੈ, ਇਸ ਦਾ ਆਪਾਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰਨਾ ਚਾਹਾਂਗਾ ਮੈਂ, ਪੰਜਾਬ ਦੇ ਉੱਤੇ ਕੀ ਅਸਰ ਪਊਗਾ? ਕਿਉਂਕਿ ਪੰਜਾਬ ਦੇ ਵਿੱਚ ਤਾਂ ਅਜੇ 4 ਸਾਲ ਪਏ ਹੋਏ ਨੇ, 3 ਸਾਲ ਪਏ ਹੋਏ ਨੇ, ਜਾਂ ਕਹਿ ਲਓ ਕਿ 2.5 ਸਾਲ ਦੀ ਅਜੇ ਸਰਕਾਰ ਹੀ ਹੋਈ ਹੈ, ਤਾਂ ਕੀ ਪੰਜਾਬ 'ਚ ਵੀ ਸਰਕਾਰ ਡਿੱਗ ਜੂਗੀ ਫਿਰ? ਨਹੀਂ, ਜਿਹੜਾ ਇਹਨਾਂ ਦਾ ਦੇਖੋ ਅਜੇ ਤਾਂ ਸਰਕਾਰਾਂ ਤਾਂ ਬਹੁਤ ਪਈਆਂ ਨੇ। ਜੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਲੈ ਕੇ ਆਉਂਦੇ ਨੇ, ਉਹਦੀ ਜਿਹੜੀ
ਤੌਰ ਤਰੀਕਾ ਹੈ ਉਹਦੇ 'ਚ ਤਾਂ ਹੋਰ ਇਹਨਾਂ ਨੂੰ ਵਿੱਚੋਂ ਲਿਆਉਣਾ ਪਊ। ਸਾਰੀਆਂ ਸਰਕਾਰਾਂ ਤੋੜਨੀਆਂ ਪੈਣਗੀਆਂ, ਇਕੱਲੇ ਪੰਜਾਬ ਨੂੰ। ਸਰਕਾਰ ਤਾਂ ਬਥੇਰਿਆਂ ਦਾ ਪਿਆ, ਮਮਤਾ ਬੈਨਰਜੀ ਦਾ ਟਾਈਮ ਪਿਆ, ਬਿਲਕੁਲ ਪਿਆ, ਹਾਂਜੀ। ਹੈ ਤੇ ਹੋਰਾਂ ਦੇ ਕਈਆਂ ਦੇ ਪਏ ਨੇ, ਕਈਆਂ ਦਾ 1 ਸਾਲ ਰਹਿ ਗਿਆ, ਕਈਆਂ ਦਾ ਇੱਕ ਸਾਲ ਰਹਿ ਗਿਆ ਨਾ। ਤਾਮਿਲਨਾਡੂ ਵਾਲਿਆਂ ਦਾ ਬਥੇਰਾ ਪਿਆ ਜੇ, ਜਿਹੜੀਆਂ ਹੁਣ ਹੋਈਆਂ ਪਿੱਛੇ 3 ਇਹਨਾਂ ਦਾ ਪਿਆ। ਹਾਂ ਇਹਨਾਂ ਦਾ ਪਿਆ। ਸੋ ਇਸ ਕਰਕੇ ਜਾਂ ਤਾਂ ਇਹ ਫਿਰ ਸਾਰੀਆਂ ਸਰਕਾਰਾਂ ਤੋੜਨਗੇ ਤਾਂ ਹੋਰ ਵੀ ਐਂਟੀ ਡੈਮੋਕ੍ਰੈਟਿਕ ਹੋ ਗਿਆ। ਜਿਹੜੀ ਜਮਹੂਰੀਅਤ ਹੈ ਉਹਨੂੰ ਤੋੜਨਾ। ਦੂਜਾ, ਜਿੱਥੋਂ ਤੱਕ ਪੰਜਾਬ ਤੇ ਵੈਸੇ ਵੀ ਕਸਰੇ ਦਾ ਨੈਗੇਟਿਵ ਹੋਰ ਪੈਣਾ, ਜਿਹੜਾ ਇਸ ਸਰਕਾਰ ਦੀ ਗੱਲ ਕੱਢੀ ਛੱਡ ਵੀ ਦਿਓ, ਠੀਕ ਹੈ, ਇਹਦਾ ਨੈਗੇਟਿਵ ਅਸਰ ਇਹ ਵੱਡਾ ਪੈਣਾ ਹੈ ਕਿ ਪੰਜਾਬ ਨੂੰ ਜਿੱਦੇ ਮਰਜ਼ੀ ਰਾਸ਼ਟਰਪਤੀ ਰਾਜ ਲਾਈ ਰੱਖਣਗੇ। ਉਹ ਕਹਿਣਗੇ ਜੀ ਕੋਈ ਨਹੀਂ, ਹੁਣ ਫਰੀਦਕੋਟ ਰਾਸ਼ਟਰਪਤੀ ਰਾਜ ਲਾਇਆ ਹੋਇਆ, ਚੋਣਾਂ ਲੋਕ ਸਭਾ ਦੀਆਂ ਹੋਣੀਆਂ ਨੇ, ਉਦੋਂ ਤੱਕ ਰੱਖੀ ਰੱਖੋ। ਜਦ ਲੋਕ ਸਭਾ ਦੀ ਚੋਣ ਹੋ ਜੇ ਉਦੋਂ ਬਾਅਦ ਰਾਸ਼ਟਰਪਤੀ ਰਾਜ ਤਾਂ ਨਹੀਂ ਚੁੱਕਣਾ ਕਿ ਹੁਣ ਚੋਣ ਨਹੀਂ ਹੋਣੀ। ਪਰ ਨਹੀਂ, ਜੇ ਕਹਿਣਗੇ ਕਿ 1 ਨੇਸ਼ਨ 1 ਇਲੈਕਸ਼ਨ ਹੈ, ਫਿਰ ਤਾਂ ਲੋਕ ਸਭਾ ਚੋਣਾਂ ਦੇ ਨਾਲ ਹੀ ਕਰਾਉਣੀਆਂ ਪੈਣਗੀਆਂ ਚੋਣਾਂ। ਨਹੀਂ, ਉਹ ਰਾਸ਼ਟਰਪਤੀ ਰਾਜ ਰੱਖੇਗਾ ਉਦੋਂ। ਜੇ ਰਾਸ਼ਟਰਪਤੀ ਰਾਜ ਲਾਇਆ ਹੋਇਆ ਹੈ, ਬਹਾਨਾ ਲਾ ਕੇ ਇੱਥੇ ਠੂਠਾ ਹੀ ਕਰਾਉਣੀ ਹੈ ਕਿ ਨਹੀਂ ਜੀ ਅਜੇ ਤਾਂ ਇੱਥੇ ਚੋਣ ਨਹੀਂ ਹੋ ਸਕਦੀ, ਕਿਤੇ ਮਾਹੌਲ ਠੀਕ ਨਹੀਂ ਹੈਗਾ। ਗੱਲ ਸਮਝੋ ਤੁਸੀਂ, ਮਾਫ ਕਰਨਾ ਮੈਂ ਇਹਨੂੰ ਐਕਸਪਲੇਨ ਕਰਦਾ ਜਿਹੜਾ ਆਪਣੇ ਦਰਸ਼ਕ ਨੂੰ ਸਮਝ ਆ ਜਾਏ। ਜੀ ਜੀ ਜੀ। ਮੰਨ ਲਓ ਵੀ ਆ ਦਸੰਬਰ 'ਚ ਚੋਣ ਹੋਣੀ ਹੈ ਪੰਜਾਬ 'ਚ, ਠੀਕ ਹੈ, ਲੋਕ ਸਭਾ ਦੀ ਚੋਣ ਹੋਣੀ ਹੈ ਜੀ, ਤੇ ਪੰਜਾਬ 'ਚ ਰਾਸ਼ਟਰਪਤੀ ਰਾਜ ਲੱਗਿਆ ਹੋਇਆ, ਠੀਕ ਹੈ। ਉਹ ਰਾਸ਼ਟਰਪਤੀ ਰਾਜ ਖਤਮ ਕਰਨਾ ਇਹਨਾਂ ਨੇ, ਕਹਿ ਲਓ 30 ਸਤੰਬਰ ਨੂੰ, ਠੀਕ ਹੈ, ਤੇ ਫਿਰ ਤਾਂ ਚੋਣ ਹੋਣੀ ਚਾਹੀਦੀ ਹੈ ਲੋਕ ਸਭਾ ਦੀ, ਠੀਕ ਹੈ। ਫਿਰ ਉਹ ਕੀ ਕਰਨਗੇ ਵੀ ਰਾਸ਼ਟਰਪਤੀ ਰਾਜ ਨੂੰ ਵਧਾਉਣਾ ਹੈ। ਰਾਸ਼ਟਰਪਤੀ ਰਾਜ ਕਿਵੇਂ ਵਧਾਉਣਗੇ? ਨਵੰਬਰ 'ਚ ਆ ਕੇ ਇੱਥੇ ਠੂਠਾ ਕਰਾ ਦੇਣਗੇ, ਕਿਉਂਕਿ ਇਹਨਾਂ ਦੇ ਹੱਥ 'ਚ ਬਥੇਰੇ, ਇਹਨਾਂ ਦੇ ਸਾਰੇ ਤਰ੍ਹਾਂ ਦੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਸਾਰਿਆਂ 'ਚ ਇਹਨਾਂ ਦੇ ਸਾਇਦ ਹੈਗੇ ਨੇ। ਉਹਨਾਂ ਨੇ ਅੱਗੇ ਤਾਂ ਆਪਦੀ ਸ਼ਕਲਾਂ ਬਣਾ ਕੇ ਜਾਂਦੇ ਸੀ ਇਹੋ ਜਿਹੀਆਂ, ਆ ਬੁਰਕਾ ਪਾਏ ਹੋਏ ਫੜੀ ਗਏ ਸੀ ਸ਼ਹੀਨ ਬਾਗ 'ਚ, ਹੁਣ ਤਾਂ ਇਹਨਾਂ ਕੋਲ ਉਹ ਬੰਦੇ ਵੀ ਅਵੇਲੇਬਲ ਨੇ, ਠੀਕ ਹੈ। ਉਹ ਕਰਾ ਕੇ ਫਿਰ ਕਹਿਣਗੇ ਜੀ ਅਜੇ ਤਾਂ ਮਾਹੌਲ ਸ਼ਾਂਤ ਨਹੀਂ ਹੈ, ਗਵਰਨਰ ਪ੍ਰੈਜ਼ੀਡੈਂਟ ਰੂਲ ਲੱਗਿਆ ਰਹੂਗਾ, ਜਨਵਰੀ ਆ ਜੂਗੀ, ਜਨਵਰੀ ਤੋਂ ਬਾਅਦ ਕਹਿਣਗੇ ਹੁਣ ਚੋਣ ਨਹੀਂ ਹੋ ਸਕਦੀ, ਇਸ ਕਰਕੇ ਪ੍ਰੈਜ਼ੀਡੈਂਟ ਰੂਲ 5 ਸਾਲ ਹੋਰ, 5 ਸਾਲ ਹੋ ਜਦ ਤੱਕ ਫਿਰ ਅਗਲੀਆਂ ਚੋਣਾਂ। ਸੋ ਜਿਹੜੀਆਂ ਮਿਨੋਰਟੀ ਸਟੇਟ ਹੈ ਜਿਹੜੀ, ਉਹ ਕੱਲੀ ਪੰਜਾਬੀ ਆ। ਹੁਣ ਜਦ ਇਹਨੂੰ JNK ਨੂੰ ਬਣਾਉਣਗੇ ਉਹ ਤਾਂ ਉਦੋਂ ਪਤਾ ਲੱਗੂਗਾ ਨਾ। ਹੁਣ ਕਹਿੰਦੇ ਨੇ ਅਸੀਂ ਚੋਣਾਂ ਕਰਾਵਾਂਗੇ, ਹੋਰ ਹੈ। ਅੱਜ ਪੂਰੇ ਮੁਲਕ ਦੇ ਵਿੱਚ ਇੱਕੋ ਹੀ ਮਿਨੋਰਟੀ ਸਟੇਟ ਰਹਿ ਗਈ ਹੈ, ਜਿਹੜੀ 2 ਤਰ੍ਹਾਂ ਦੀ ਮਿਨੋਰਟੀ ਹੈ। ਅਸੀਂ ਲਿੰਗੁਇਸਟਿਕ ਮਿਨੋਰਟੀ ਵੀ ਹਾਂ, ਭਾਸ਼ਾਈ ਘੱਟ ਗਿਣਤੀ ਵੀ ਹਾਂ, ਧਾਰਮਿਕ ਘੱਟ ਗਿਣਤੀ ਵੀ ਹਾਂ। ਸੋ ਇਹਨੂੰ ਇਹ ਪੰਜਾਬ ਦੇ ਉੱਤੇ ਇਹਨਾਂ ਦੀ ਅੱਖ ਹੈ। ਇਹ ਜਿਹੜਾ ਰੈਜ਼ੋਲੂਸ਼ਨ ਪਾਸ ਹੋਣਾ ਹੈ, ਹਾਲਾਂਕਿ ਮੈਨੂੰ ਨਹੀਂ ਪਤਾ ਅਕਾਲੀ ਦਲ ਕਿਹੋ ਜਿਹੇ ਸਟੈਂਡ ਲੈਂਦਾ, ਕਿਹੋ ਜਿਹੇ ਨਹੀਂ। ਪ੍ਰੇਮ ਚੰਦ ਜੀ ਨੇ ਕੋਈ ਉਲਟਾ ਜਿਹਾ ਸਟੈਂਡ ਆ ਵੀ ਨਹੀਂ ਜੀ ਐਂ ਨਹੀਂ ਹੋ ਸਕਦਾ। ਇਹਦਾ ਮਤਲਬ ਹੈ ਵੀ ਉਹਨਾਂ ਨੂੰ ਪੰਜਾਬ ਨਾਲ ਤਾਂ ਕੋਈ ਤਾਲੁਕ ਹੀ ਨਾ ਰਿਹਾ। ਇਹ ਤਾਂ ਪੰਜਾਬ ਦੀਆਂ ਜੜ੍ਹਾਂ ਤੇਲ ਦੇਣ ਦਾ ਇੱਕ ਤਰੀਕਾ ਹੈ। ਪੰਜਾਬ ਨੇ ਅੱਖ ਚੱਕ ਪਾ ਕੇ ਗੱਲ ਕਰੀ ਹੈ, ਚਾਹੇ ਕਿਸਾਨ ਅੰਦੋਲਨ ਹੋਇਆ, ਚਾਹੇ ਐਮਰਜੈਂਸੀ ਹੋਈ, ਚਾਹੇ ਪਹਿਲਾਂ ਭਾਸ਼ਾ ਦੇ ਆਧਾਰ 'ਤੇ ਸੂਬਾ ਲੈਣ ਦੀ ਗੱਲ ਹੋਈ, ਚਾਹੇ ਗ੍ਰੀਨ ਰੈਵੋਲੂਸ਼ਨ ਕਰਕੇ ਮੁਲਕ ਦਾ ਅੰਨ ਦਾ ਪੇਟ ਭਰਿਆ ਪੰਜਾਬ, ਚਾਹੇ ਪਾਕਿਸਤਾਨ ਨਾਲ ਲੜਾਈ ਹੋਈ, ਉਹਦੇ 'ਚ ਵੀ ਪੰਜਾਬੀ ਸਭ ਤੋਂ ਜ਼ਿਆਦਾ ਉਹ ਹੋਏ ਨੇ। ਅਤੇ ਉਹਦੇ ਵਿੱਚ ਜਿਹੜਾ ਹੈ ਪੰਜਾਬ ਨੇ ਪੂਰੇ ਮੁਲਕ ਨੂੰ ਬਚਾਉਣ ਦੀ ਕੋਸ਼ਿਸ਼ ਕਰੀ ਹੈ। ਇਹਨਾਂ ਦੀ ਪੰਜਾਬ 'ਚ ਇਹ ਅੱਖ ਹੈ ਵੀ ਇਹ ਲੋਕ ਨਾ ਅਣਖ ਤੋਂ ਹਟਦੇ ਨਹੀਂ। ਨਕਸਲਾਈਟ ਕਹਿ ਕੇ ਮਰਵਾਤੇ, ਫਿਰ ਅੱਤਵਾਦੀ ਕਹਿ ਕੇ ਮਰਵਾਤੇ, ਫਿਰ ਨਸ਼ਿਆਂ 'ਤੇ ਲਾ ਕੇ ਜ਼ੋਰ ਲਾ ਲਿਆ, ਇਹ ਫਿਰ ਬੋਲ ਪੈਂਦੇ ਨੇ। ਜਦ ਕਿਸਾਨ ਅੰਦੋਲਨ ਹੋਇਆ ਹੈ ਉਦੋਂ ਇੱਕ ਪਾਸੇ ਕਰੋਨੇ ਦਾ ਕਾਲ ਉਹ ਪਾਇਆ ਹੋਇਆ ਸੀ ਘਾਟ, ਦੂਜੇ ਪਾਸੇ ਨਸ਼ਿਆਂ ਦਾ ਘਾਟ ਪਿਆ ਹੋਇਆ ਸੀ। ਇਹ ਤਾਂ ਕੋਈ ਸ਼ੱਕ ਨਹੀਂ ਨਾ, ਉੜਤਾ ਪੰਜਾਬ ਜੇ ਉਹ ਸਾਰਾ ਚੱਲ ਰਿਹਾ ਸੀ। ਇਹਦੇ ਬਾਵਜੂਦ ਪੰਜਾਬੀਆਂ ਨੇ ਸ਼ੁਰੂ ਕਰਿਆ ਅੰਦੋਲਨ, ਉਹ ਫਿਰ ਸਾਰੇ ਨਾਲ ਰਲ ਗਏ, ਠੀਕ ਹੈ ਨਾ। ਇਸ ਗੱਲ ਤੋਂ ਡਰਦੇ ਨੇ ਵੀ ਫਿਰ ਉਹ ਅੰਦੋਲਨ ਸ਼ੁਰੂ ਕਰਕੇ 380 ਦਿਨ ਸੜਕਾਂ ਤੇ ਬੈਠੇ ਰਹੇ। ਸੰਗਤ ਤੇ ਪੰਗਤ ਦਾ ਇਹੋ ਜਿਹਾ ਪ੍ਰਚਾਰ ਹੋਇਆ, ਇਹੋ ਜਿਹਾ ਜਲਾਓ ਹੋਇਆ, ਪੂਰੀ ਦੁਨੀਆ 'ਚ ਇੱਜ਼ਤ ਬਣ ਗਈ। ਉਹ ਕਹਿੰਦੇ ਇਹਨਾਂ ਨੂੰ ਥੱਲੇ ਲਾਓ, ਇਹ ਬੋਲਦੇ ਨੇ। ਸੋ ਜਿਹੜਾ ਬੰਦਾ ਅਣਖ ਵਾਲਾ ਹੁੰਦਾ, ਲੁੱਟਦਾ ਕੌਣ ਹੈ ਕਿਸੇ ਨੂੰ? ਜਿਹੜਾ ਕੋਈ ਅਮੀਰ ਹੋਵੇ ਉਹਨੂੰ ਲੁੱਟਿਆ ਜਾਊਗਾ, ਗਰੀਬ ਨੂੰ ਲੁੱਟਿਆ ਜਾਊਗਾ? ਬਿਲਕੁਲ, ਅਮੀਰ ਤੇ ਲੈਣੇ ਨੇ। ਜਿਹੜੇ ਦਰਖਤ ਦੇ ਉੱਤੇ ਜ਼ਿਆਦਾ ਫਲ ਹੋਣ ਉਹਦੀ ਵੱਟੇ ਮਾਰਦੇ ਨੇ ਲੋਕ। ਇਸ ਕਰਕੇ ਅਸੀਂ ਕਿਉਂਕਿ ਬਹਾਦਰ ਹਾਂ, ਮੈਂ ਨਹੀਂ ਕਹਿੰਦਾ ਬਾਕੀ ਇੰਡੀਆ ਬਹਾਦਰ ਨਹੀਂ ਹੈ, ਪਰ ਅਸੀਂ ਅਣਖ ਦੇ ਵਿੱਚ ਪੰਗਾ ਛੇਤੀ ਲੈ ਲੈਂਦੇ ਹਾਂ ਵੀ ਨਹੀਂ ਇਹ ਨਹੀਂ ਪੁੱਗਦਾ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਕਿਹਾ ਜੇ ਜੀਵੇ ਪਤ ਲੱਤੀ ਜਾਏ ਇਸ ਸਭ ਹਰਾਮ ਜੇਤਾ ਕੇ ਚਕਾਏ। ਸੋ ਉਹਦੇ ਵਿੱਚੋਂ ਸਾਡਾ ਇਤਿਹਾਸ ਹੈ। ਅਸੀਂ ਖੋਪੜੀਆਂ ਲਾਈਆਂ ਨੇ, ਅਸੀਂ ਹਾਰਿਆਂ ਦੇ ਨਾਲ ਚੀਰੇ ਗਏ, ਅਸੀਂ ਚਰਖੀਆਂ ਤੇ ਚੜ੍ਹੇ, ਅਸੀਂ ਦਿਗਾਂ ਚੁੱਭ ਲਿਆ। ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਨੇ, ਸਰਵੰਸ ਵਾਰੇ ਨੇ। ਸੋ ਇਹ ਉਹ ਤੋਂ ਡਰਦੇ ਨੇ। ਇਸ ਕਰਕੇ ਪੰਜਾਬ ਨੂੰ ਤਾਂ ਇਹਦਾ ਵੱਡਾ ਖਤਰਾ ਹੈ, ਉਂਝ ਇਹ ਪੂਰੇ ਮੁਲਕ ਨੂੰ ਖਤਰਾ ਹੈ। ਹਾਲਾਂਕਿ ਅਜੇ ਚਰਚਾਵਾਂ ਦਾ ਵਿਸ਼ਾ ਹੀ ਹੈ, ਕਿਉਂਕਿ ਕਮੇਟੀ ਅਜੇ ਫਾਰਮ ਕੀਤੀ ਗਈ ਹੈ, ਆਉਂਦਾ ਹੈ ਨਹੀਂ ਆਉਂਦਾ ਬਾਅਦ ਦੀਆਂ ਗੱਲਾਂ ਨੇ। ਪਰ ਜੇ ਬਾਅਦ ਦੇ ਵਿੱਚ ਵੀ ਆ ਜਾਂਦਾ ਹੈ ਤਾਂ ਨਤੀਜੇ ਤਾਂ ਇਹੀ ਹੋਣਗੇ ਜਿਹੜੀਆਂ ਆਪਾਂ ਚਰਚਾਵਾਂ ਕਰ ਰਹੇ ਹਾਂ। ਦੇਖੋ ਗੱਲ ਇਹ ਹੈ ਵੀ ਕਹਿੰਦੇ ਬੱਕਰੇ ਦੀ ਮਾਂ ਕਦ ਕਰ ਖੈਰ ਬਣਾਊ। ਬਹੁਤ ਸਾਰੇ ਲੋਕਾਂ ਵੀ ਨਹੀਂ ਜੀ ਸੰਵਿਧਾਨ ਨਹੀਂ ਬਦਲ ਸਕਣਾ, ਫਲਾਣੇ ਨਹੀਂ ਕਰ ਸਕਣਾ। ਇਹ ਇਹਨਾਂ ਨੇ ਬੁਲਡੋਜ਼ਿੰਗ ਕਰਨੀ ਹੈ। ਉਹ ਗੱਲ ਵੱਖਰੀ ਹੈ ਵੀ ਮੁੜ ਕੇ ਉਹ ਸਸਟੇਨ ਵੀ ਹੁੰਦੀ ਆ ਕਿ ਨਹੀਂ। ਇੱਕ ਵਾਰ ਇਹਨਾਂ ਦੇ ਦਿਮਾਗ 'ਚ ਇਹ ਹੈ ਵੀ ਜੰਤਰ ਮੰਤਰ ਟੂਨੇ ਟਾਮਨ 'ਚ ਪਾਓ ਸਾਰੇ ਮੁਲਕ ਨੂੰ,
ਮੁਲਕ ਨੂੰ ਹਿੰਦੂਵਾਦ ਦੇ, ਹਾਲਾਂਕਿ ਕਰੋਨਾ 'ਚ ਜਿਹੜੇ ਮਰੇ ਨੇ ਮਰੇ ਤਾਂ ਹਿੰਦੂ ਜ਼ਿਆਦਾ ਨੇ। ਜੇ ਜ਼ਮੀਨਾਂ ਖੋਈਆਂ ਜਾਣਗੀਆਂ, ਜ਼ਮੀਨ ਇਕੱਲੇ ਸਿੱਖਾਂ ਕੋਲ ਤਾਂ ਨਹੀਂ, ਮੁਸਲਮਾਨਾਂ ਕੋਲ ਤਾਂ ਵੈਸੇ ਹੀ ਥੋੜ੍ਹੀ ਹੈ, ਜੀ ਈਸਾਈਆਂ ਕੋਲ ਕੋਈ ਬਹੁਤੀ ਜ਼ਮੀਨ ਨਹੀਂ, ਫਿਰ ਜ਼ਮੀਨ ਤਾਂ ਹਿੰਦੂਆਂ ਦੀ ਜਾਊਗੀ ਜ਼ਿਆਦਾ। ਬਾਕੀ ਮੁਲਕ ਤਾਂ ਹਿੰਦੂ ਹੀ ਨੇ ਜ਼ਿਆਦਾ, ਵਪਾਰ ਜਿਹੜੇ ਜਾਣਗੇ ਉਹ ਹਿੰਦੂਆਂ ਦੇ ਜ਼ਿਆਦਾ ਜਾਣਗੇ, ਜੇ ਨੌਕਰੀਆਂ ਜਾਣਗੀਆਂ ਹਿੰਦੂਆਂ ਦੀਆਂ ਜ਼ਿਆਦਾ ਜਾਣਗੀਆਂ, ਜੇ ਛੋਟੀ ਇੰਡਸਟਰੀ ਬੰਦ ਹੋਏਗੀ ਜਾਂ ਮੀਡੀਅਮ ਸਾਈਜ਼ ਦਰਮਿਆਨੀ ਇੰਡਸਟਰੀ ਉਹ ਹਿੰਦੂਆਂ ਕੋਲੇ ਜ਼ਿਆਦਾ ਹੈ। ਸੋ ਇਸ ਕਰਕੇ ਇਹ ਹਿੰਦੂਤਵਾ ਦੇ ਰਾਹੀਂ ਉਹਨਾਂ ਨੂੰ ਕਨਫਿਊਜ਼ ਕਰ ਰਹੇ ਨੇ। ਇਹ ਉਹਨਾਂ ਨੂੰ ਪਤਾ ਨਹੀਂ, ਇਹ ਤਾਂ ਉਹਨਾਂ ਨੂੰ ਆ ਜਿਹੜੀਆਂ ਪਹਿਲਵਾਨ ਕੁੜੀਆਂ ਸੀ ਬਾਕੀ ਸਭ ਤੇ ਉੱਥੇ ਸਾਹਮਣੇ ਆ ਗਿਆ ਇਹਨਾਂ ਦਾ ਗੱਲ, ਉਹ ਪਹਿਲਵਾਨ ਤਾਂ ਸਾਰੀਆਂ ਹਿੰਦੂ ਸੀਗੀਆਂ, ਫਿਰ ਕਹਿੰਦਾ ਜੀ ਇਹ ਹੈਗੇ ਨੇ ਰਾਜਪੂਤ ਨੇ, ਫਿਰ ਰਾਜਪੂਤਾਂ 'ਚ ਗਾਹਾਂ ਕਰਨਗੇ ਉੱਚੇ ਨੇ, ਇਹ ਨੀਵੇਂ ਨੇ। ਸੋ ਇਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਧਿਆਨ ਸਾਰਿਆਂ ਦਾ ਵਨ ਨੇਸ਼ਨ ਵਨ ਇਲੈਕਸ਼ਨ ਦੇ ਵਿੱਚ ਲਗਾ ਕੇ ਔਰ ਉਧਰਲੇ ਪਾਸੇ ਯੂਨੀਫਾਰਮ ਸਿਵਲ ਕੋਡ ਇਹ ਲਾਗੂ ਕਰਵਾ ਦੇਣ, ਬਿੱਲ ਪਾਸ ਕਰ ਦੇਣ। ਦੇਖੋ ਜਿਹੜਾ ਇਹ ਧਿਆਨ ਵੰਡਣ ਵਾਲੀ ਗੱਲ ਨਹੀਂ ਆ, ਉਹ ਸਿਵਲ ਕੋਡ ਤਾਂ ਵੈਸੇ ਵੀ ਪਾਸ ਕਰ ਦਿੰਦੇ। ਸਿਵਲ ਕੋਡ, ਯੂਨੀਫਾਰਮ ਸਿਵਲ ਕੋਡ ਪਾਸ ਕਰਨ ਤੋਂ ਇਹਨਾਂ ਨੂੰ ਕੋਈ ਨਹੀਂ ਰੋਕਦਾ, ਕਿਉਂਕਿ ਇਹਨਾਂ ਕੋਲ ਗਿਣਤੀ ਆ ਜੀ। ਇਸ ਕਰਕੇ ਉਹ ਧਿਆਨ ਵੰਡਣ ਦੀ ਗੱਲ ਨਹੀਂ ਇੱਥੇ ਦੋਨੇ ਇਕੱਠਾ ਕਰਨਗੇ ਜੇ ਕਰਨਾ ਹੋਇਆ। ਸਿਵਲ ਕੋਡ ਤਾਂ ਪਾਸ ਕਰਨਗੇ, ਸਿਵਲ ਕੋਡ ਵੀ ਪਾਸ ਕਰ ਸਕਦੇ ਨੇ, ਔਰਤਾਂ ਨੂੰ ਜ਼ਿਆਦਾ ਰਿਜ਼ਰਵੇਸ਼ਨ ਵੀ ਦੇ ਸਕਦੇ ਨੇ, ਕਿਉਂਕਿ ਇਹਨਾਂ ਨੇ ਕਨਫਿਊਜ਼ ਕਰਕੇ ਵੋਟਾਂ ਲੈਣੀਆਂ ਨੇ। ਇੱਕ ਵਾਰੀ ਵੋਟਾਂ ਲਓ, ਮੁੜ ਕੇ ਹੋਣਾ ਪੈਟਰੋਲ ਨਹੀਂ ਸਸਤਾ ਕਰਨ ਨੂੰ ਤਿਆਰ, ਗੈਸ 200 ਰੁਪਏ ਘਟਾਈ ਦਿੱਤਾ। ਸੋ ਇਹ ਇਸ ਵਾਸਤੇ ਹੈ ਵੀ ਲੋਕਾਂ ਨੂੰ ਇੱਕ ਵਾਰੀ ਉਹਨਾਂ ਨੇ ਅੱਖਾਂ ਝੰਡਾ ਦਿਓ, ਮੁੜ ਕੇ ਤਾਂ ਫਿਰ ਆਪਣਾ ਰਾਜ ਹੀ ਹੈ, ਜੋ ਮਰਜ਼ੀ ਕਰਨ। ਸੋ ਇਹ ਹਾਲ ਹੈ, ਇਹ ਕੋਈ ਇਹਨਾਂ ਦੇ ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ, ਇਹਨਾਂ ਦੇ ਮਨ 'ਚ ਹੋਰ ਹੈ, ਮੂੰਹ 'ਚ ਹੋਰ ਹੈ, ਮੂੰਹ ਦੇ ਵਿੱਚ ਇਹਨਾਂ ਦੇ ਰਾਮ ਰਾਮ ਹੈ, ਬਗਲ 'ਚ ਇਹਨਾਂ ਦੇ ਛੁਰੀ ਹੈ। ਸੋ ਸਾਨੂੰ ਇਸ ਤੋਂ ਬਚ ਕੇ ਰਹਿਣਾ ਪਏਗਾ, ਤੇ ਇਹਦੇ ਉੱਤੇ ਸਾਨੂੰ ਜਿਹੜਾ ਕਿਰਤ ਦੇ ਉੱਤੇ ਅਸੀਂ ਜੁੜੇ ਹੋਏ ਹਾਂ, ਕਿਰਤ ਬਚੇਗੀ ਤਾਂ ਜੇ ਅਸੀਂ ਸਤਰਕ ਰਹਿੰਦੇ ਹਾਂ, ਜੇ ਇੱਥੇ ਮਨੁੱਖੀ ਅਧਿਕਾਰ ਬਚਦੇ ਨੇ, ਕਿਉਂਕਿ ਮਨੁੱਖੀ ਅਧਿਕਾਰ ਬਚਣਗੇ ਤਾਂ ਕਿਰਤ ਹੋਏਗੀ। ਔਰ ਡਾਕਟਰ ਸਾਹਿਬ, ਜਿਵੇਂ ਆਪਾਂ ਇਹ ਚਰਚਾ ਕਰ ਰਹੇ ਸੀ, ਜਿਵੇਂ ਤੁਸੀਂ ਕਿਹਾ ਕਿ ਪੰਜਾਬ ਨੂੰ ਤਾਂ ਇਹਦੀ ਦੋਹਰੀ ਮਾਰ ਪੈ ਸਕਦੀ ਹੈਗੀ ਹੈ, 5 ਸਾਲ ਰਾਸ਼ਟਰਪਤੀ ਰਾਜ ਹੀ ਲਾ ਕੇ ਰੱਖ ਸਕਦੇ ਨੇ ਇਹ, ਤਾਂ ਜੇ ਐਵੇਂ ਹੋ ਜਾਂਦਾ ਹੈ ਤਾਂ ਕੀ ਲੱਗਦਾ ਹੈ ਕਿ ਇਸ ਨਾਲ ਮਾਹੌਲ ਵੀ ਫਿਰ ਚੀਜ਼ਾਂ ਖਰਾਬ ਹੁੰਦੀਆਂ ਨਜ਼ਰ ਆਉਂਦੀਆਂ? ਦੇਖੋ ਮਾਹੌਲ ਇੱਕ ਵਾਰੀ ਤਾਂ ਖਰਾਬ ਹੋਏਗਾ ਹੀ ਹੋਏਗਾ, ਇੱਕ ਵਾਰੀ ਖਰਾਬ ਹੋਏਗਾ, ਪਰ ਇਹਨਾਂ ਨੂੰ ਭੁਲੇਖਾ ਹੈ। ਇੱਥੇ ਕਾਰੂ ਵੀ ਆਇਆ, ਇੱਥੇ ਕੰਸ ਵੀ ਆਇਆ, ਤੇ ਇੱਥੇ ਦੁਰਯੋਧਨ ਵੀ ਆਇਆ, ਤੇ ਇਹ ਜਿਹੜਾ ਹੈਗਾ ਨਾ ਹਰਨਾਕਸ਼ ਵੀ ਆਇਆ, ਉਹ ਰਹੇ ਨੇ ਕਿਤੇ। ਜਿਤ ਆਸਨ ਹਮ ਬੈਠੇ ਕੀਤੇ ਬੈਸ ਗਿਆ, ਕਿੰਨੀ ਇੱਥੇ ਬੈਠ ਕੇ ਗਏ ਨੇ, ਇੱਥੇ ਵੱਡੇ ਵੱਡੇ ਛਤਰਪਤੀ ਰਾਜੇ ਰਹੇ ਨੇ। ਸੋ ਇਹਨਾਂ ਨੂੰ ਭੁਲੇਖਾ ਵੀ ਰਹਿ ਜਾਊਗਾ, ਇੱਕ ਵਾਰੀ ਕਰ ਲੈਣਗੇ, ਪਰ ਇਹ ਰਹਿਣਾ ਨਹੀਂ ਹੈ। ਇਹ ਹੁਣ ਦੁਨੀਆ ਦਾ ਸਿਸਟਮ ਜਿਹੜਾ ਬਣ ਗਿਆ, ਜਿਹੋ ਜੀ ਸੰਸਾਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਾਗਰੂਕਤਾ ਆ ਗਈ, ਹੁਣ ਇੱਕ ਮੱਧ ਯੁੱਗੀ ਯੁੱਗ ਨਹੀਂ ਹੈ। ਠੀਕ ਹੈ, ਟੈਂਪਰੇਰੀ ਤੌਰ ਤੇ ਆਰਜੀ ਤੌਰ ਤੇ ਕਰ ਲੈਣਗੇ, ਪਰ ਫਿਰ ਲੋਕ ਜ਼ਿਆਦਾ ਜ਼ੋਰ ਨਾਲ ਉੱਠਣਗੇ। ਧੰਨਵਾਦ ਡਾਕਟਰ ਸਾਹਿਬ ਤਮਾਮ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ। ਤਾਂ ਡਾਕਟਰ ਪਿਆਰੇ ਲਾਲ ਗਰਗੁਣਾ ਦੇ ਨਾਲ ਗੱਲਬਾਤ ਕਰ ਰਹੇ ਸੀ ਕਿ ਜਿਹੜੀ ਇਹ ਚਰਚਾ ਇਸ ਵੇਲੇ ਸ਼ੁਰੂ ਹੋ ਚੁੱਕੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਬਿੱਲ ਜੋ ਹੈ ਉਹ ਇਸ ਵਾਰ ਜੋ ਸੈਸ਼ਨ ਬੁਲਾਇਆ ਗਿਆ ਉਸ ਦੇ ਵਿੱਚ ਲੈ ਕੇ ਆਇਆ ਜਾ ਸਕਦਾ, ਤਾਂ ਉਸ ਦਾ ਕੀ ਅੰਜਾਮ ਹੋਊਗਾ, ਉਸ ਦਾ ਅਸਰ ਪੰਜਾਬ ਦੇ ਉੱਤੇ ਕਿਵੇਂ ਪੈ ਸਕਦਾ ਹੈ, ਪੰਜਾਬ ਦੇ ਵਿੱਚ ਕੀ ਸਰਕਾਰ ਫਿਰ ਡਿੱਗ ਜੂਗੀ, ਸਰਕਾਰ ਜਿਹੜੀ ਇਸ ਵੇਲੇ ਚੱਲ ਰਹੀ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ, ਕੀ ਉਹ ਸਰਕਾਰ ਫਿਰ ਡੇਗ ਦਿੱਤੀ ਜਾਊਗੀ ਔਰ ਰਾਸ਼ਟਰਪਤੀ ਰਾਜ ਲਾ ਦਿੱਤਾ ਜਾਊਗਾ, ਔਰ ਕੀ ਫਿਰ ਉਸ ਤੋਂ ਬਾਅਦ ਚੋਣਾਂ ਹੁੰਦੀਆਂ ਨੇ ਜਾਂ ਫਿਰ ਇਹ 5 ਸਾਲਾਂ ਤੱਕ ਇਸੇ ਤਰੀਕੇ ਨਾਲ ਰਾਸ਼ਟਰਪਤੀ ਸ਼ਾਸਨ ਜਾਰੀ ਰਹੂਗਾ। ਇਸ ਦੇ ਉੱਤੇ ਚਰਚਾ ਕਰ ਰਹੇ ਸੀ ਡਾਕਟਰ ਪਿਆਰੇ ਲਾਲ ਗਰਗੁਣਾ ਦੇ ਨਾਲ, ਜਿਹੜੇ ਕਿ ਜਾਣਕਾਰੀ ਦੇ ਵਿੱਚ ਵਾਧਾ ਕਰ ਰਹੇ ਸੀ ਕਿ ਇਹ ਸਭ ਕੁਝ ਇੱਕ ਤਰੀਕੇ ਦੀ ਬੁਖਲਾਹਟ ਨਜ਼ਰ ਆ ਰਹੀ ਹੈ, ਜੋ ਇਸ ਵੇਲੇ ਗ੍ਰਾਫ ਲਗਾਤਾਰ ਕਹਿੰਦੇ ਕਿ ਭਾਜਪਾ ਦਾ ਡਿੱਗਦਾ ਹੋਇਆ ਨਜ਼ਰ ਆ ਰਿਹਾ, ਉਸ ਦੇ ਚਲਦਿਆਂ ਹੋਇਆਂ ਇਹਨਾਂ ਦੇ ਵੱਲੋਂ ਹੁਣ ਅਜਿਹੇ ਵਿਕਲਪ ਜਿਹੜੇ ਨੇ ਉਹ ਚੁਣੇ ਜਾ ਰਹੇ ਨੇ। ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।